CBSE 10ਵੀਂ ਦੇ ਸਾਰੇ ਵਿਦਿਆਰਥੀਆਂ ਦਾ ਮੈਡਮ ਕਵਲਜੀਤ ਕੌਰ ਦੀ ਕਲਾਸ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਤੁਹਾਡੇ ਸਿਲੇਬਸ ਦੀ ਸਾਹਿਤਕ ਕਿਰਨਾਂ ਭਾਗ 2 ਪੁਸਤਕ ਦੀ ਆਖਰੀ ਕਵਿਤਾ ਮਾਨ ਪੰਜਾਬੀ ਦਾ, ਜੋ ਕਿ ਕਵੀ ਕੁਲਵੰਤ ਸਿੰਘ ਰਫੀਕ ਦੁਆਰਾ ਲਿਖੀ ਗਈ ਹੈ, ਨੂੰ ਪੜ੍ਹਾਂਗੇ। ਇਸ ਕਵਿਤਾ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ ਅਤੇ ਸੁਣਨਾ ਹੈ। ਇਸ ਤੋਂ ਬਾਅਦ ਅਸੀਂ ਇਸ ਵਿਆਖਿਆ ਦੇ ਆਧਾਰ 'ਤੇ ਹੀ ਤੁਹਾਡੇ CBSE ਦੇ ਇਮਤਿਹਾਨ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ, ਜੋ ਇੱਕ ਅੰਕ ਦੇ 2 ਪ੍ਰਸ਼ਨ ਪੁੱਛੇ ਜਾਣੇ ਹਨ ਅਤੇ ਕਵਿਤਾ ਦਾ ਸਾਰ ਹੈ, ਉਹ ਕਰਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। ਕਵਿਤਾ ਦਾ ਮੂਲ ਪਾਠ। ਰੋਮ ਰੋਮ 'ਚੋਂ ਕਰੀਏ ਇਉਂ ਮਾਣ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਵੀ ਕਹਿੰਦਾ ਹੈ ਕਿ ਸਾਨੂੰ ਆਪਣੇ ਰੋਮ ਰੋਮ ਵਿੱਚੋਂ ਪੰਜਾਬੀ ਦਾ ਇਸ ਤਰ੍ਹਾਂ ਸਨਮਾਨ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਉਸ ਨੂੰ ਮਾਣ ਦੇਣਾ ਚਾਹੀਦਾ ਹੈ। ਰੋਮ ਰੋਮ ਭਾਵ ਸਾਡਾ ਕੰਨ ਕੰਨ, ਲੂੰ ਲੂੰ, ਇਸ ਤਰ੍ਹਾਂ ਪੰਜਾਬੀ ਦਾ ਮਾਣ ਦਈਏ, ਪੰਜਾਬੀ ਜ਼ੁਬਾਨ ਨੂੰ ਮਾਣ ਦਈਏ। ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ, ਤਾਂ ਕਿ ਸਾਰੀ ਦੁਨੀਆ ਦਾ ਇੱਕ ਇੱਕ ਕਿਨਕਾ ਕਹਿ ਸਕੇ ਕਿ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦਾ ਕਿੰਨਾ ਮਾਣ ਹੈ। ਇਸ ਬੋਲੀ ਵਿੱਚ ਮਾਂ ਵਰਗੀ ਮਮਤਾ ਦੀ ਬਖਸ਼ਿਸ਼ ਹੈ। ਕਹਿੰਦੇ ਇਹ ਪੰਜਾਬੀ ਬੋਲੀ ਅਜਿਹੀ ਬੋਲੀ ਹੈ ਜਿਸ ਤਰ੍ਹਾਂ ਮਾਂ ਦੀ ਮਮਤਾ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਾਡੀ ਮਾਂ ਦੀ ਮਮਤਾ ਵਰਗੀ ਕਿਰਪਾ ਹੈ, ਬਖਸ਼ਿਸ਼ ਹੈ। ਤਪਦੇ ਹਿਰਦੇ ਠਾਰਨ ਵਾਲੀ ਜੋ ਕੋਈ ਬਾਰਿਸ਼ ਹੈ, ਐਸੀ ਬਾਰਿਸ਼, ਐਸੀ ਵਰਖਾ ਜਿਹੜੀ ਕਿਸੇ ਤਪਦੀ ਚੀਜ਼ ਨੂੰ, ਬਹੁਤ ਗਰਮ ਚੀਜ਼ ਨੂੰ ਠਾਰ ਦਿੰਦੀ ਹੈ, ਠੰਡਕ ਪਹੁੰਚਾਉਂਦੀ ਹੈ। ਇਸ ਤਰ੍ਹਾਂ ਦੀ ਠੰਡਕ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਹੈ। ਉਹ ਸਾਡੇ ਤਪਦੇ ਹੋਏ ਹਿਰਦਿਆਂ ਨੂੰ ਠਾਰ ਦਿੰਦੀ ਹੈ। ਰੱਬੀ ਉਸਤਤ ਵਾਂਗੂ ਹੈ ਗੁਣਗਾਨ ਪੰਜਾਬੀ ਦਾ। ਸੋ ਸਾਨੂੰ ਜਿਸ ਤਰ੍ਹਾਂ ਅਸੀਂ ਪਰਮਾਤਮਾ ਦੀ ਉਸਤਤ ਕਰਦੇ ਹਾਂ, ਉਸ ਦੀ ਪ੍ਰਸ਼ੰਸਾ ਕਰਦੇ ਹਾਂ, ਸਾਨੂੰ ਉਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦਾ ਵੀ ਗੁਣਗਾਨ ਕਰਨਾ ਚਾਹੀਦਾ ਹੈ। ਇਸ ਦੀ ਉਸਤਤ ਵੀ ਰੱਬ ਦੇ ਨਾਂ ਦੇ ਸਮਾਨ ਕਰਨੀ ਚਾਹੀਦੀ ਹੈ, ਤਾਂ ਕਿ ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। 5 ਦਰਿਆਵਾਂ ਦੀ ਲਹਿਰਾਂ ਦੀ ਇਹ ਤਾਂ ਹਾਣੀ ਹੈ। ਕਵੀ ਕਹਿੰਦਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਹੋਂਦ 5 ਦਰਿਆਵਾਂ ਦੇ ਨਾਲ ਹੀ, 5 ਦਰਿਆਵਾਂ ਦੇ ਪੈਦਾ ਹੋਣ ਦੇ ਨਾਲ ਹੀ ਹੋ ਗਈ ਹੈ। 5 ਦਰਿਆ ਪੰਜਾਬ ਦੇ ਕਿਹੜੇ ਕਿਹੜੇ ਨੇ? ਸਤਲੁਜ, ਰਾਵੀ, ਬਿਆਸ, ਜੇਹਲਮ ਤੇ ਚਨਾਬ। ਹੁਣ ਬੇਸ਼ੱਕ ਸਾਡੇ ਇੱਧਰਲੇ ਪੰਜਾਬ ਵਿੱਚ 2.5 ਦਰਿਆ ਵਗਦੇ ਮੰਨੇ ਜਾਂਦੇ ਨੇ, ਸਤਲੁਜ, ਅੱਧੀ ਰਾਵੀ ਤੇ ਬਿਆਸ, ਤੇ ਬਾਕੀ ਦੇ 2.5 ਦਰਿਆ ਜਿਹੜੇ ਨੇ ਉਹ ਦੂਸਰੇ ਸਾਡੇ ਪਾਕਿਸਤਾਨੀ ਪੰਜਾਬ ਵਿੱਚ ਵਹਿੰਦੇ ਨੇ। ਤਾਈਓ ਕਿੱਸੇਕਾਰਾਂ ਦੀ ਇਹ ਦਿਲ ਦੀ ਰਾਣੀ ਹੈ। ਕਹਿੰਦੇ ਇਸੇ ਕਰਕੇ ਹੀ ਤਾਂ ਜਿਹੜੇ ਸਾਡੇ ਪੰਜਾਬੀ ਮਾਂ ਬੋਲੀ ਦੇ ਕਿੱਸਾਕਾਰ ਹੋਏ ਨੇ, ਕਿੱਸੇ ਲਿਖਣ ਵਾਲੇ ਹੋਏ ਨੇ, ਉਹਨਾਂ ਦੇ ਇਹ ਦਿਲ ਦੀ ਰਾਣੀ ਬਣ ਗਈ ਹੈ, ਭਾਵ ਉਹਨਾਂ ਨੂੰ ਆਪਣੀ ਮਾਂ ਬੋਲੀ ਰਾਣੀਆਂ ਵਰਗੀ ਹੈ। ਪੀਲੂ ਵਾਰਿਸ ਹਾਸ਼ਮ ਕਰਨ ਬਖਾਨ ਪੰਜਾਬੀ ਦਾ। ਕਹਿੰਦੇ ਪੀਲੂ ਵਾਰਿਸ ਤੇ ਹਾਸ਼ਮ ਨੇ ਆਪਣੇ ਪੰਜਾਬੀ ਵਿੱਚ ਕਿੱਸੇ ਲਿਖ ਕੇ ਪੰਜਾਬੀ ਦੀ ਵਿਆਖਿਆ ਕੀਤੀ ਹੈ, ਇਸ ਨੂੰ ਮਾਣ ਦਿੱਤਾ ਹੈ। ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ, ਇਸ ਰਾਣੀ ਨੂੰ ਆਪਣੇ ਘਰ ਹੀ ਜ਼ਿੱਲਤ ਮਿਲਦੀ ਹੈ। ਕਹਿੰਦੇ ਇਸ ਨੂੰ ਕਦੀ ਵੀ ਹਰ ਦਫ਼ਤਰ ਦੇ ਵਿੱਚ ਇੱਜ਼ਤ ਨਹੀਂ ਮਿਲਦੀ। ਕਿਉਂ? ਕਿਉਂਕਿ ਅਸੀਂ ਆਪ ਪੰਜਾਬੀ ਤੋਂ ਮੁਨਕਰ ਹਾਂ। ਦਫ਼ਤਰਾਂ ਦੇ ਵਿੱਚ ਦੂਜੀਆਂ ਭਾਸ਼ਾਵਾਂ ਨੂੰ ਤਰਜੀਹ ਦਿੰਦੇ ਹਾਂ, ਅਸੀਂ ਅੰਗਰੇਜ਼ੀ ਨੂੰ, ਹਿੰਦੀ ਨੂੰ ਅਸੀਂ ਪਹਿਲ ਦਿੰਦੇ ਹਾਂ, ਅਤੇ ਇਸੇ ਕਰਕੇ ਹੀ ਪੰਜਾਬ ਵਿੱਚ ਹੀ ਪੰਜਾਬੀ ਨੂੰ ਜ਼ਿੱਲਤ ਮਿਲਦੀ ਹੈ, ਭਾਵ ਨਰਾਦਰੀ ਮਿਲਦੀ ਹੈ। ਕਦ ਕੁਰਸੀ 'ਚੋਂ ਗੂੰਜੇਗਾ ਫੁਰਮਾਨ ਪੰਜਾਬੀ ਦਾ। ਕਦੋਂ ਵੱਡੀਆਂ ਵੱਡੀਆਂ ਕੁਰਸੀਆਂ, ਵੱਡੇ ਵੱਡੇ ਅਹੁਦਿਆਂ ਤੋਂ ਪੰਜਾਬੀ ਦੇ ਵਿੱਚ ਹੁਕਮ ਜਾਰੀ ਹੋਣਗੇ, ਪੰਜਾਬੀ ਦੇ ਲਈ ਹੁਕਮ ਜਾਰੀ ਹੋਣਗੇ, ਉਹ ਉਦੋਂ ਹੀ ਹੋਣਗੇ ਜਦੋਂ ਅਸੀਂ ਆਪਣੀ ਮਾਂ ਦੇ ਸੱਚੇ ਪੁੱਤਰ ਬਣ ਕੇ ਪੰਜਾਬੀ ਦੀ ਰਾਖੀ ਦੇ ਲਈ ਇਸ ਨੂੰ ਅਪਣਾਵਾਂਗੇ। ਕਿਉਂਕਿ ਅੱਜ ਸਾਡੇ ਉੱਚੇ ਅਹੁਦਿਆਂ ਦੇ ਉੱਪਰ ਪੰਜਾਬੀ ਨਹੀਂ, ਦੂਸਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਬੈਠੇ ਨੇ। ਇਸੇ ਕਰਕੇ ਹੀ ਪੰਜਾਬੀ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਬੇਗਾਨੀ
ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ, ਹਿੰਦੀ ਮਾਸੀ ਨੂੰ ਵੀ ਚੁੱਕ ਚੁੱਕ ਸੀਸ ਨਿਵਾਉਂਦੇ ਹਾਂ। ਮਾਂ ਰੁਲਦੀ ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ। ਕਹਿੰਦੇ ਜਿਹੜੀ ਅੰਗਰੇਜ਼ੀ ਦੂਸਰੀ ਜ਼ਮੀਨ ਤੋਂ ਆਈ ਹੈ, ਬੇਗਾਨੀ ਹੈ, ਉਸ ਨੂੰ ਅਸੀਂ ਭੱਜ ਭੱਜ ਜੱਫੀਆਂ ਪਾਉਂਦੇ ਹਾਂ, ਭਾਵ ਉਸ ਨੂੰ ਬੜੇ ਸ਼ੌਂਕ ਨਾਲ ਅਪਣਾਉਂਦੇ ਹਾਂ। ਅਸੀਂ ਅੰਗਰੇਜ਼ੀ ਨੂੰ ਬੋਲਣਾ, ਲਿਖਣਾ, ਇਸ ਦੇ ਵਿੱਚ ਆਪਣੇ ਰੋਜ਼ਾਨਾ ਕੰਮ ਕਰਨੇ ਬੜਾ ਫਖਰ ਮਹਿਸੂਸ ਕਰਦੇ ਹਾਂ। ਹਿੰਦੀ ਮਾਸੀ ਨੂੰ ਵੀ ਚੁੱਕ ਚੁੱਕ ਸੀਸ ਨਿਵਾਉਂਦੇ ਹਾਂ। ਇੱਥੋਂ ਤੱਕ ਕਿ ਜਿਹੜੀ ਹਿੰਦੀ ਹੈ ਤਾਂ ਪੰਜਾਬੀ ਵਾਂਗ ਹੀ, ਪਰ ਉਹ ਸਾਡੀ ਮਾਂ ਬੋਲੀ ਜਿਹੜੀ ਉਹ ਪੰਜਾਬੀ ਹੈ, ਅਸੀਂ ਆਪਣੀ ਹਿੰਦੀ ਮਾਸੀ ਨੂੰ ਵੀ ਬੜੇ ਖੁਸ਼ ਹੋ ਕੇ ਅਪਣਾਉਂਦੇ ਹਾਂ। ਮਾਂ ਰੁਲਦੀ ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ। ਕਹਿੰਦੇ ਸਾਡੀ ਆਪਣੀ ਮਾਂ ਇਹਨਾਂ ਦੋਵਾਂ ਭਾਸ਼ਾਵਾਂ ਦੇ ਅੱਗੇ ਰੁਲਦੀ ਪਈ ਹੈ ਅਤੇ ਪੰਜਾਬੀ ਮਾਂ ਬੋਲੀ ਲਈ ਉਸ ਦਾ ਆਪਣਾ ਹੀ ਪੁੱਤਰ ਉਸ ਵੱਲ ਕੋਈ ਧਿਆਨ ਨਹੀਂ ਦਿੰਦਾ। ਘਰ ਤਾਂ ਮਾਂ ਦੇ ਨਾਲ ਹੀ ਸੋਹਣਾ ਸੋਹਣਾ ਲੱਗਦਾ ਹੈ, ਮਾਸੀ ਵੀ ਜੇ ਨਾਲ ਹੋਵੇ ਤਾਂ ਹੋਰ ਵੀ ਫੱਬਦਾ ਹੈ। ਕਵੀ ਕਹਿੰਦਾ ਹੈ ਕਿ ਜਿਸ ਤਰ੍ਹਾਂ ਘਰ ਆਪਾਂ ਨੂੰ ਆਪਣੀ ਮਾਂ ਦੇ ਨਾਲ ਹੀ ਸੋਹਣਾ ਲੱਗਦਾ ਹੈ, ਇਸੇ ਤਰ੍ਹਾਂ ਜੇਕਰ ਮਾਸੀ ਨਾਲ ਹੋਵੇ ਤਾਂ ਹੋਰ ਵੀ ਫੱਬਦਾ ਹੈ। ਭਾਵ ਜੇਕਰ ਸਾਡੇ ਨਾਲ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਵੀ ਹੋਵੇਗੀ ਤਾਂ ਹੋਰ ਵੀ ਸੋਹਣਾ ਲੱਗੇਗਾ, ਪਰ ਤਾਂ ਹੀ ਸਾਨੂੰ ਆਪਣਾ ਪੰਜਾਬ ਚੰਗਾ ਜ਼ਿਆਦਾ ਲੱਗੇਗਾ ਜੇਕਰ ਸਾਡੀ ਮਾਂ ਸਾਡੇ ਘਰ ਵਿੱਚ ਹੈ ਔਰ ਉਸ ਨੂੰ ਪੂਰਾ ਸਨਮਾਨ ਮਿਲਦਾ ਹੈ। ਭਾਵ ਸਾਡੀ ਮਾਂ ਬੋਲੀ ਨੂੰ ਆਪਣੇ ਹੀ ਵਿਹੜੇ ਦੇ ਵਿੱਚ, ਆਪਣੇ ਹੀ ਘਰ ਵਿੱਚ ਪੂਰਾ ਮਾਣ ਸਨਮਾਨ ਮਿਲਦਾ ਹੈ। ਸ਼ਾਲਾ ਵਸਦਾ ਰਵੇ ਹਮੇਸ਼ ਜਹਾਨ ਪੰਜਾਬੀ ਦਾ। ਸ਼ਾਲਾ ਭਾਵ ਕਾਸ਼। ਕਵੀ ਕਾਮਨਾ ਕਰਦਾ ਹੈ ਕਿ ਹਮੇਸ਼ਾ ਇਸ ਪੰਜਾਬੀ ਜ਼ੁਬਾਨ ਦਾ ਜਿਹੜਾ ਜਹਾਨ ਹੈ ਇਹ ਰਹਿੰਦੀ ਦੁਨੀਆ ਤੱਕ ਹਮੇਸ਼ਾ ਵਸਦਾ ਰਵੇ। ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ, ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾ ਨਾ ਮੈਲੀ ਹੈ। ਕਹਿੰਦੇ ਇਸ ਦੀ ਜਿਹੜੀ ਖੁਸ਼ਬੂ ਹੈ ਇਹ ਪੂਰੀ ਦੁਨੀਆ ਵਿੱਚ ਫੈਲੀ ਹੈ। ਭਾਵ ਜਿੱਥੇ ਜਿੱਥੇ ਵੀ ਪੰਜਾਬੀ ਗਏ ਹਨ ਉਹ ਆਪਣੀ ਮਾਂ ਬੋਲੀ ਨੂੰ ਨਾਲ ਲੈ ਕੇ ਗਏ ਹਨ, ਚਾਹੇ ਉਹ ਪੱਛਮੀ ਦੇਸ਼ ਹੋਣ, ਚਾਹੇ ਯੂਰਪੀਅਨ ਦੇਸ਼ ਹੋਣ, ਸਾਰਿਆਂ ਦੇ ਵਿੱਚ ਇਹਨਾਂ ਨੇ ਪੰਜਾਬੀ ਦੀ ਤਾਂਘ ਫੈਲਾਈ ਹੋਈ ਹੈ। ਇਹ ਉਜਲੀ ਹੈ, ਬਹੁਤ ਚਮਕਦਾਰ ਹੈ, ਲਿਸ਼ਕਦੀ ਪਈ ਹੈ, ਭਾਵ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਹੈ। ਲਿੰਬੀ ਪੋਚੀ ਹੈ, ਇਸ ਨੂੰ ਬਹੁਤ ਸਵਾਰਿਆ ਸਜਾਇਆ ਗਿਆ ਹੈ। ਇਹ ਰਤਾ ਨਾ ਮੈਲੀ ਹੈ, ਬਿਲਕੁਲ ਵੀ ਮੈਲੀ ਨਹੀਂ ਹੈ। ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ। ਕਹਿੰਦੇ ਇਹ ਇੰਨੀ ਮਹਾਨ ਹੈ, ਮਹਾਨ ਪੰਜਾਬੀ ਦੇ ਵਿੱਚ ਕਵਿਤਾ ਲਿਖ ਦੀ ਰਚਨਾ ਕਰਕੇ ਸੁਰਜੀਤ ਪਾਤਰ ਵਰਗੇ ਮਹਾਨ ਕਵੀ ਨੂੰ ਪਦਮ ਸ਼੍ਰੀ ਅਵਾਰਡ ਪ੍ਰਦਾਨ ਕੀਤਾ ਗਿਆ ਹੈ। ਉਹ ਪਦਮ ਸ਼੍ਰੀ ਆਪਣੀ ਮਾਂ ਬੋਲੀ ਦੀ ਸੇਵਾ ਕਰਕੇ ਹੀ ਪ੍ਰਾਪਤ ਕਰ ਸਕਿਆ ਹੈ। ਹਰ ਇੱਕ ਸੁੱਖ ਪੰਜਾਬ ਦੀ ਧਰਤੀ ਤੋਂ ਜੋ ਪਾਉਂਦੇ ਨੇ, ਮਾਂ ਬੋਲੀ ਲਿਖਵਾਉਣ ਵੇਲੇ ਕਿਉਂ ਘਬਰਾਉਂਦੇ ਨੇ। ਕਹਿੰਦੇ ਜਿਨ੍ਹਾਂ ਨੇ ਖਾਧਾ ਹੀ ਪੰਜਾਬੀ ਦਾ ਹੈ, ਚਾਹੇ ਉਹ ਕੋਈ ਵੀ ਕਿੱਤਾ ਹੋਵੇ, ਸਾਡੇ ਗਾਇਕੀ ਦਾ ਕਿੱਤਾ ਹੋਵੇ, ਸਾਡੀ ਫਿਲਮ ਜਗਤ ਹੋਵੇ, ਕੋਈ ਹੋਰ ਮੰਚ ਹੋਵੇ, ਸਾਡੇ ਹੋਰ ਵੀ ਕਈ ਅਜਿਹੇ ਕਿੱਤੇ ਜਿਨ੍ਹਾਂ ਦੇ ਵਿੱਚ ਪੰਜਾਬੀ ਤੋਂ ਹੀ ਖਾਧਾ ਜਾਂਦਾ ਹੈ। ਪਰ ਜਦੋਂ ਮਾਂ ਬੋਲੀ ਨੂੰ ਲਿਖਵਾਉਣ ਦਾ ਸਮਾਂ ਆਉਂਦਾ ਹੈ ਤਾਂ ਅਸੀਂ ਘਬਰਾ ਜਾਂਦੇ ਹਾਂ, ਕਿਉਂਕਿ ਲੋਕਾਂ ਦੀ ਨਜ਼ਰ ਦੇ ਵਿੱਚ ਹੁਣ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ, ਅਨਪੜ੍ਹਾਂ ਦੀ ਭਾਸ਼ਾ ਸਮਝਿਆ ਜਾਂਦਾ ਹੈ। ਇੱਥੋਂ ਤੱਕ ਕਿ ਜੇਕਰ ਕਿਸੇ ਦੇ ਘਰ ਦੇ ਵਿੱਚ ਵਿਆਹ ਦਾ ਕਾਰਡ ਵੀ ਛਪਾਉਣਾ ਹੋਵੇ ਤਾਂ ਉਸਨੂੰ ਅੰਗਰੇਜ਼ੀ ਵਿੱਚ ਛਪਾਉਣਾ ਫਖਰ ਸਮਝਦੇ ਹਨ ਅਤੇ ਮਾਂ ਬੋਲੀ ਪੰਜਾਬੀ ਨੂੰ ਲਿਖਾਉਣ ਵੇਲੇ ਸ਼ਰਮ ਮਹਿਸੂਸ ਕਰਦੇ ਹਨ। ਕਹਿੰਦੇ ਮਾਂ ਬੋਲੀ ਲਿਖਵਾਉਣ ਵੇਲੇ ਕਿਉਂ ਘਬਰਾਉਂਦੇ ਨੇ। ਇਸੇ ਤਰ੍ਹਾਂ ਕਈ ਸਰਕਾਰੀ ਕੰਮ ਜਿਨ੍ਹਾਂ ਵੇਲੇ ਪੰਜਾਬੀ ਵਿੱਚ ਲਿਖਣ ਦੀ ਜ਼ਰੂਰਤ ਹੁੰਦੀ ਹੈ ਜਾਂ ਪੰਜਾਬੀ ਲਿਖਵਾਉਣ ਲਈ, ਮਾਂ ਬੋਲੀ ਪੰਜਾਬੀ ਲਿਖਵਾਉਣ ਲਈ ਜ਼ਰੂਰਤ ਹੁੰਦੀ ਹੈ ਤਾਂ ਸਾਡੇ ਪੰਜਾਬੀ ਇਸ ਗੱਲ ਤੋਂ ਇਨਕਾਰੀ ਹੋ ਜਾਂਦੇ ਹਨ, ਘਬਰਾ ਜਾਂਦੇ ਹਨ ਅਤੇ ਉਹ ਹਿੰਦੀ ਜਾਂ ਅੰਗਰੇਜ਼ੀ ਨੂੰ ਲਿਖਵਾ ਕੇ ਆਪਣੀ ਮਾਂ ਦਾ ਹੱਕ ਮਾਰ ਰਹੇ ਹਨ। ਸਭ ਤੋਂ ਵੱਡਾ ਕਰ ਰਹੇ ਇਹ ਨੁਕਸਾਨ ਪੰਜਾਬੀ ਦਾ। ਇਹਨਾਂ ਕਰਕੇ ਹੀ ਪੰਜਾਬੀ ਦਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਜੋ ਸਰਕਾਰ ਨੇ ਇਹ ਪੰਜਾਬੀ ਬੋਲਣ ਵਾਲੇ ਜਾਂ ਲਿਖਣ ਵਾਲੇ ਲੋਕਾਂ ਪ੍ਰਤੀ ਜੋ ਨੀਤੀਆਂ ਬਣਾਉਣੀਆਂ ਹੁੰਦੀਆਂ ਹਨ, ਜਦੋਂ ਉਹ ਦੇਖਦੇ ਹਨ ਕਿ ਸਾਡੇ ਪੰਜਾਬੀਆਂ ਦੀ ਗਿਣਤੀ ਘੱਟ ਹੋ ਰਹੀ ਹੈ ਤਾਂ ਉਹ ਨੀਤੀਆਂ ਦੇ ਵਿੱਚ ਵੀ ਬਦਲਾਵ ਕਰ ਦਿੰਦੇ ਹਨ। ਇਸ ਤਰ੍ਹਾਂ ਸਾਡੀ ਮਾਂ ਬੋਲੀ ਨੂੰ ਅਸੀਂ ਆਪ ਹੀ ਪੰਜਾਬੀ ਬੋਲਣ ਵਾਲੇ ਨੁਕਸਾਨ ਕਰ ਰਹੇ ਹਾਂ।
ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ, ਲੱਚਰ ਗੀਤਾਂ ਕੀਤੀ ਮੈਲੀ ਸ਼ਾਖ ਪੰਜਾਬੀ ਦੀ। ਕਹਿੰਦੇ ਬੇਸ਼ੱਕ ਸਾਰੀ ਦੁਨੀਆ ਵਿੱਚ ਪੰਜਾਬੀ ਬੋਲੀ ਨੇ ਆਪਣੀ ਥਾਂ ਬਣਾਈ ਹੋਈ ਹੈ, ਇਸ ਨੂੰ ਬੜਾ ਸਨਮਾਨ ਪ੍ਰਾਪਤ ਹੈ। ਕਈ ਹਵਾਈ ਅੱਡਿਆਂ ਦੇ ਉੱਪਰ ਵੀ ਪੰਜਾਬੀ ਦੇ ਵਿੱਚ ਜਿਹੜੀਆਂ ਸੂਚਨਾਵਾਂ ਨੇ ਉਹ ਲਿਖੀਆਂ ਜਾਂਦੀਆਂ ਨੇ, ਇੱਕ ਪੰਜਾਬ ਦੇ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ। ਪਰ ਸਾਡੇ ਜਿਹੜੇ ਲੱਚਰ ਗੀਤ, ਗੰਦੇ ਗੀਤ ਗਾਉਣ ਵਾਲੇ ਗਾਇਕ ਨੇ, ਉਹਨਾਂ ਨੇ ਸਾਡੀ ਪੰਜਾਬੀ ਮਾਂ ਬੋਲੀ ਦੀ ਜਿਹੜੀ ਸ਼ਾਖ ਹੈ, ਇੱਜ਼ਤ ਹੈ, ਉਸ ਨੂੰ ਮੈਲੀ ਕਰ ਦਿੱਤਾ ਹੈ। ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ। ਕਹਿੰਦੇ ਸਾਨੂੰ ਸੋਹਣੇ ਸੋਹਣੇ ਗੀਤ ਲਿਖਣੇ ਚਾਹੀਦੇ ਨੇ ਤਾਂ ਕਿ ਸਾਡੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਸਨਮਾਨ ਹੈ ਉਹ ਵਧਿਆ ਰਹੇ, ਕਿਉਂਕਿ ਇਸੇ ਮਾਂ ਬੋਲੀ ਵਿੱਚ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਬਾਬਾ ਫਰੀਦ, ਬਾਬਾ ਬੁੱਲੇ ਸ਼ਾਹ, ਸਾਡੇ ਗੁਰੂ ਸਾਹਿਬਾਨਾਂ ਨੇ, ਕਈਆਂ ਨੇ ਅਤੇ ਹੋਰ ਵੀ ਕਈ ਸਾਧੂ ਸੰਤਾਂ ਭਗਤਾਂ ਨੇ ਇਸ ਵਿੱਚ ਆਪਣੀ ਗੁਰਬਾਣੀ ਦੀ ਰਚਨਾ ਕੀਤੀ, ਜਿਨ੍ਹਾਂ ਨੇ ਇਸ ਦਾ ਮਾਣ ਅਤੇ ਸਨਮਾਨ ਵਧਾਇਆ। ਸੋ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਉਹਨਾਂ ਨੇ ਜੋ ਸਾਡੀ ਮਾਂ ਬੋਲੀ ਨੂੰ ਮਾਣ ਅਤੇ ਸਨਮਾਨ ਦਿੱਤਾ ਹੈ, ਇਸ ਨੂੰ ਮਾਖਿਓ ਮਿੱਠੀ ਆਖਿਆ ਹੈ, ਮੱਖਣ ਤੋਂ ਵੀ ਮਿੱਠੀ ਆਖਿਆ ਹੈ, ਮਿਸ਼ਰੀ ਤੋਂ ਵੀ ਮਿੱਠੀ ਆਖਿਆ ਹੈ, ਉਸ ਮਾਂ ਬੋਲੀ ਦਾ ਅਸੀਂ ਵੀ ਸਨਮਾਨ ਵਧਾਈਏ। ਮੈਨੂੰ ਇਸਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ, ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਅੰਗੜਾਈ ਸੀ। ਹੋਂਦ ਰਫੀਕ ਦੀ ਮਾਨੋ ਹੈ ਵਰਦਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੀ ਸਾਨੂੰ ਮਾਨ ਪੰਜਾਬੀ ਦਾ। ਕਵੀ ਕਹਿੰਦਾ ਹੈ ਕਿ ਜਦੋਂ ਮੈਂ ਪਹਿਲੀ ਵਾਰ ਆਪਣੀ ਕਵਿਤਾ ਲਿਖੀ ਸੀ, ਮੈਨੂੰ ਇਸ ਮਾਂ ਬੋਲੀ ਨੇ ਵਿੱਚ ਕਵਿਤਾ ਲਿਖਣੀ ਸਿਖਲਾਈ ਸੀ ਮਾਂ ਬੋਲੀ ਨੇ, ਤਾਂ ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਅੰਗੜਾਈ ਸੀ। ਉਦੋਂ ਮੇਰੇ ਜੀਵਨ ਵਿੱਚ ਇੱਕ ਨਵਾਂਪਨ ਆ ਗਿਆ ਸੀ, ਇੱਕ ਨਵੀਂ ਚੇਤਨਾ ਆ ਗਈ ਸੀ। ਹੋਂਦ ਰਫੀਕ ਦੀ ਮਾਨੋ ਹੈ ਵਰਦਾਨ ਪੰਜਾਬੀ ਦਾ। ਕਹਿੰਦੇ ਰਫੀਕ, ਕੁਲਵੰਤ ਸਿੰਘ ਰਫੀਕ ਆਪਣਾ ਨਾਮ ਜੋੜਦੇ ਨੇ। ਕਹਿੰਦੇ ਕਿ ਜੇਕਰ ਮੇਰੀ ਹੋਂਦ ਹੈ, ਮੇਰੀ ਕੋਈ ਹਸਤੀ ਹੈ, ਤਾਂ ਉਹ ਪੰਜਾਬੀ ਦੇ ਵਰਦਾਨ ਕਰਕੇ ਹੈ, ਇਸ ਦੇ ਵਰ ਕਰਕੇ ਹੈ, ਨਹੀਂ ਤਾਂ ਰਫੀਕ, ਕੁਲਵੰਤ ਸਿੰਘ ਰਫੀਕ ਕੁਛ ਵੀ ਨਹੀਂ। ਸਿਰਫ ਮੈਂ ਹਾਂ ਤਾਂ ਸਿਰਫ ਪੰਜਾਬੀ ਦੇ ਵਰਦਾਨ ਕਰਕੇ ਹਾਂ। ਜ਼ਰਾ ਜ਼ਰਾ ਕਹਿ ਉੱਠੇ ਸਨਮਾਨ ਪੰਜਾਬੀ ਦਾ। ਇਸ ਕਵਿਤਾ ਦੀ ਵਿਆਖਿਆ ਹੁਣ ਅਸੀਂ ਇਸ ਨਾਲ ਸੰਬੰਧਿਤ ਇਸ ਦਾ ਸਾਰ ਕਰਾਂਗੇ, ਜਿਹੜਾ ਤੁਹਾਨੂੰ ਇਮਤਿਹਾਨ ਵਿੱਚ 3 ਅੰਕਾਂ ਦਾ ਪੁੱਛਿਆ ਜਾਣਾ ਹੈ। ਸ਼ੁਰੂਆਤ ਵਿੱਚ ਤੁਸੀਂ ਉਸੇ ਤਰ੍ਹਾਂ ਹੀ ਕਵਿਤਾ ਨਾਲ ਸੰਬੰਧਿਤ ਥੋੜ੍ਹਾ ਜਿਹਾ ਚਾਨਣਾ ਪਾਉਣਾ ਹੁੰਦਾ ਹੈ ਕਿ ਇੱਕ ਸਾਰ ਤੁਸੀਂ ਕਿਸ ਦਾ ਕਰ ਰਹੇ ਹੋ, ਕਿਸ ਦੀ ਲਿਖੀ ਕਵਿਤਾ ਹੈ। ਜਿਵੇਂ ਮਾਨ ਪੰਜਾਬੀ ਦਾ ਕਵਿਤਾ ਕਵੀ ਕੁਲਵੰਤ ਸਿੰਘ ਰਫੀਕ ਦੀ ਲਿਖੀ ਹੋਈ ਹੈ, ਜੋ ਸਾਡੀ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ 2 ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਵੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਨਮਾਨ ਦੇਣ ਦਾ ਸੰਦੇਸ਼ ਦਿੰਦਾ ਹੈ। ਇਸ ਕਵਿਤਾ ਵਿੱਚ ਕਵੀ ਨੇ ਮਾਂ ਬੋਲੀ ਪੰਜਾਬੀ ਦੀ ਦਸ਼ਾ ਤੇ ਦਿਸ਼ਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਪੰਜਾਬੀ ਦੇ ਗੌਰਵ ਦਾ ਗੁਣਗਾਨ ਕਰਦਾ ਹੋਇਆ ਕਵੀ ਇਸ ਦਾ ਸਤਿਕਾਰ ਕਰਨ ਦਾ ਸੱਦਾ ਦਿੰਦਾ ਹੈ। ਪੰਜਾਬੀ ਨੂੰ ਗੁਰੂਆਂ, ਸੂਫੀਆਂ, ਭਗਤਾਂ ਤੇ ਕਿੱਸੇਕਾਰਾਂ ਦੀ ਵਰਸੋਈ ਕਰਾਰ ਦਿੰਦਾ ਹੈ। ਸਰਕਾਰੀ ਪੱਧਰ ਉੱਤੇ ਮਾਂ ਬੋਲੀ ਪੰਜਾਬੀ ਦੇ ਅਪਮਾਨ ਦੇ ਮਸਲੇ ਨੂੰ ਜ਼ੋਰ ਸ਼ੋਰ ਨਾਲ ਉਠਾਉਂਦਾ ਹੋਇਆ ਕਵੀ ਲੋਕਾਂ ਵੱਲੋਂ ਹਿੰਦੀ ਤੇ ਅੰਗਰੇਜ਼ੀ ਨੂੰ ਹੱਦ ਤੋਂ ਵੱਧ ਸਨਮਾਨ ਦੇਣ ਦਾ ਮੁੱਦਾ ਵੀ ਉਠਾਉਂਦਾ ਹੈ। ਉਹ ਲੋਕਾਂ ਨੂੰ ਬੇਝਿਜਕ ਪੰਜਾਬੀ ਨੂੰ ਅਪਣਾਉਣ ਦੀ ਅਪੀਲ ਕਰਦਾ ਹੈ। ਸਾਫ਼ ਸੁਥਰੇ ਗੀਤਾਂ ਰਾਹੀਂ ਪੰਜਾਬੀ ਦਾ ਦੁਨੀਆ ਭਰ ਵਿੱਚ ਸਨਮਾਨ ਵਧਾਉਣ ਉੱਤੇ ਜ਼ੋਰ ਦਿੰਦਾ ਹੈ। ਕਵੀ ਪੰਜਾਬੀ ਪ੍ਰਤੀ ਆਪਣਾ ਆਭਾਰ ਪ੍ਰਗਟਾਉਂਦਾ ਹੋਇਆ ਪੰਜਾਬੀ ਨੂੰ ਆਪਣੇ ਵਜੂਦ ਲਈ ਵਰਦਾਨ ਕਰਾਰ ਦਿੰਦਾ ਹੈ। ਲਾਸਟ ਦੇ ਇਸ ਦਾ ਸਾਰੰਸ਼ ਲਿਖਾਂਗੇ। ਕਵੀ ਇਸ ਕਵਿਤਾ ਦੁਆਰਾ ਮਾਂ ਬੋਲੀ ਦਾ ਸਨਮਾਨ ਕਰਨ ਦਾ ਸੰਦੇਸ਼ ਦਿੰਦਾ ਹੈ ਤੇ ਇਸ ਦੇ ਮਾਣ ਤੇ ਸਨਮਾਨ ਨੂੰ ਵਧਾਉਣ ਦੇ ਲਈ ਹਰ ਹੀਲੇ ਇਸ ਨੂੰ ਅਪਣਾਉਣ 'ਤੇ ਜ਼ੋਰ ਦਿੰਦਾ ਹੈ। ਹੁਣ ਇਸ ਨਾਲ ਸੰਬੰਧਿਤ ਇੱਕ ਅਸਾਈਨਮੈਂਟ ਹੈ, ਜਿਸ ਨੂੰ ਤੁਸੀਂ ਇਸ ਕਵਿਤਾ ਦੀ ਵਿਆਖਿਆ ਦੇ ਆਧਾਰ 'ਤੇ ਮੈਂ ਕੁਝ ਪ੍ਰਸ਼ਨ ਲਿਖੇ ਹਨ, ਜਿਹੜੇ ਤੁਹਾਨੂੰ ਇੱਕ ਅੰਕ ਦੇ ਪੁੱਛੇ ਜਾਣੇ ਹਨ ਇਮਤਿਹਾਨ ਦੇ ਵਿੱਚ, ਜਿਨ੍ਹਾਂ ਦਾ ਜਵਾਬ ਤੁਸੀਂ ਇੱਕ ਪੰਕਤੀ ਵਿੱਚ ਦਿਓਗੇ। ਉਸ ਨੂੰ ਤੁਸੀਂ ਇਸ ਅਸਾਈਨਮੈਂਟ ਨੂੰ ਤਿਆਰ ਕਰਨਾ ਹੈ। ਪਹਿਲਾ ਪ੍ਰਸ਼ਨ, ਮਾਨ ਪੰਜਾਬੀ ਦਾ ਕਵਿਤਾ ਦੇ ਕਵੀ ਦਾ ਨਾਂ ਲਿਖੋ। ਸਾਨੂੰ ਮਾਂ ਬੋਲੀ ਦਾ ਕਿਵੇਂ ਸਤਿਕਾਰ ਕਰਨਾ ਚਾਹੀਦਾ ਹੈ? ਪੰਜਾਬੀ ਬੋਲੀ ਵਿੱਚ ਕਿਸ ਵਰਗੀ ਮਮਤਾ ਦੀ ਬਖਸ਼ਿਸ਼ ਹੈ? ਪੰਜਾਬੀ ਮਾਂ ਬੋਲੀ ਕਿਸ ਦੀ ਹਾਨੀ ਹੈ? ਕਿੱਸਾਕਾਰਾਂ ਦੀ ਦਿਲ ਦੀ ਰਾਣੀ ਕੌਣ ਹੈ?
ਕਵਿਤਾ ਅਨੁਸਾਰ ਕਿਸ ਕਿੱਸਾਕਾਰ ਨੇ ਪੰਜਾਬੀ ਮਾਂ ਬੋਲੀ ਦਾ ਵਿਖਿਆਨ ਕੀਤਾ ਹੈ? ਕਵਿਤਾ ਵਿੱਚ ਕਿਸ ਕਿੱਸਾਕਾਰ ਦਾ ਨਾਂ ਆਇਆ ਹੈ? ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਅਣਗੌਲਿਆਂ ਕਰਕੇ ਕਿਸ ਬੋਲੀ ਦਾ ਸਨਮਾਨ ਕਰਦੇ ਹਨ? ਕਿਸ ਦਾ ਆਪਣੇ ਹੀ ਘਰ ਵਿੱਚ ਨਿਰਾਦਰ ਹੁੰਦਾ ਹੈ? ਕਵੀ ਇਸ ਕਵਿਤਾ ਵਿੱਚ ਕਿਸ ਦੇ ਹਮੇਸ਼ਾ ਵਾਸਤੇ ਰਹਿਣ ਦੀ ਕਾਮਨਾ ਕਰਦਾ ਹੈ? ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਕਿਹੜਾ ਅਵਾਰਡ ਪ੍ਰਾਪਤ ਹੋਇਆ ਹੈ? ਸਭ ਤੋਂ ਵੱਡਾ ਨੁਕਸਾਨ ਪੰਜਾਬੀ ਦਾ ਕੌਣ ਕਰ ਰਹੇ ਹਨ? ਪੰਜਾਬੀ ਮਾਂ ਬੋਲੀ ਦੀ ਪ੍ਰਸਿੱਧੀ ਕਿੱਥੋਂ ਤੱਕ ਹੈ? ਕਵਿਤਾ ਅਨੁਸਾਰ ਪੰਜਾਬੀ ਮਾਂ ਬੋਲੀ ਦੀ ਇੱਜ਼ਤ ਕਿਸ ਨੇ ਖਰਾਬ ਕੀਤੀ ਹੈ? ਕਵੀ ਲਈ ਪੰਜਾਬੀ ਮਾਂ ਬੋਲੀ ਕੀ ਹੈ? ਇਹਨਾਂ ਦਾ ਪ੍ਰਸ਼ਨਾਂ ਦੇ ਉੱਤਰ ਤੁਸੀਂ ਇਸ ਕਵਿਤਾ ਦੀ ਵਿਆਖਿਆ ਨੂੰ ਸੁਣ ਕੇ ਦੇਣੇ ਹਨ। ਕਿਸੇ ਵੀ ਪ੍ਰਸ਼ਨ ਦਾ ਉੱਤਰ ਨਾ ਮਿਲਣ 'ਤੇ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਪ੍ਰਸ਼ਨ ਪੁੱਛ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਕਵਿਤਾ ਸਮਝ ਆਈ ਹੋਵੇਗੀ। ਇਹ ਤੁਹਾਡੇ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ।